ਠੀਕ ਹੈ ਜੀ ਮੈਂ ਕੱਢ ਰਿਹਾ ਕੌਣ ਤੁਸੀਂ ਕੱਢੋ ਬੋਲੇ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। भाई उधर सामने देखो कैमरा देखो। हाँ आप डालिए पे आप डाल दीजिए। क्या बात बल्ले बल्ले बड़ी कवर मस्तानी तेरी। ये जो बजा है ये वो शेप है जो 5 है। अब जो बनेगा इसमें फिर लगता है HDP 5 का बना ऐसा होगा। आगे आके सब दिन हम मिलके लैंप जगान, क्योंकि ये कोलैबोरेशन है और ये कोलैबोरेशन इंस्टीट्यूट्स, सेंटर्स, फैकल्टी, स्टूडेंट्स, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अपना माइक दीजिए ਜਿਹੜਾ ਬੰਦਾ ਹੈਂਡੀਕੈਪਡ ਹੁੰਦਾ, ਚਾਹੇ ਬਾਂਹ ਦਾ ਹੋਵੇ, ਚਾਹੇ ਲੱਤ ਹੋਵੇ, ਚਾਹੇ ਸਰੀਰ ਦਾ ਕੋਈ ਹੋਰ ਹਿੱਸਾ ਹੋਵੇ, ਤੇ ਆਮ ਇੱਕ ਸਾਡੇ ਕਹਾਵਤ ਆ, ਕਹਿੰਦੇ ਆਂਦੇ ਆ ਤੈਨੂੰ ਕੀ ਚਾਹੀਦਾ, 2 ਅੱਖਾਂ। ਇਹ ਜਿਹੜਾ ਹੈਂਡੀਕੈਪਡ ਹੁੰਦਾ ਉਹਦਾ ਜਿਹੜਾ ਤੁਸੀਂ ਮਾਨਸਿਕ ਸਥਿਤੀ ਆਪ ਹੀ ਭਾਂਪ ਸਕਦੇ ਆ। ਚੱਲਣ ਤੋਂ ਜਿਹੜਾ ਸਮਰੱਥ ਹੁੰਦਾ, ਬਾਂਹ ਨਾ ਚੱਲਦੀ ਹੋਵੇ। ਪਰ ਮੈਨੂੰ ਖੁਸ਼ੀ ਆ ਕਿ NGO ਜਿਹੜੀ ਭਗਵਾਨ ਮਹਾਵੀਰ ਵਿਕਲਾਂਤ ਸੰਮਤੀ ਜਿਹੜੀ ਜੈਪੁਰ ਤੋਂ, ਇਹ NGO ਆ ਜਿਹੜੀ NGO ਮੇਰਾ ਖਿਆਲ ਲਗਭਗ ਇਹਨਾਂ ਨੂੰ 50 ਸਾਲ ਹੋ ਗਏ। ਇਹ 50 ਸਾਲ ਤੋਂ ਇਹ ਸੇਵਾ ਕਰ ਰਹੇ ਆ ਤੇ ਅੱਜ ਸਾਡੇ ਚੰਗੇ ਭਾਗ ਆ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਅੱਜ ਪੈਰ ਪਾਏ ਆ। ਤੇ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ, ਮੈਂ ਅੰਦਰ ਆਪ ਵੀ ਦੇਖ ਕੇ ਆਇਆ, ਪ੍ਰੋਸੈਸ ਜਿਹੜਾ ਪਹਿਲੇ ਵੇਲੇ ਹੁੰਦਾ ਸੀ ਉਹ ਹੁੰਦਾ ਸੀ ਵੀ ਕਿਸੇ ਦੀ ਗੋਡੇ ਤੋਂ ਥੱਲੇ ਲੱਤ ਕੱਟ ਹੋ ਗਈ, ਜੇ ਉਹਨੇ ਤੁਰਨਾ ਹੁੰਦਾ ਸੀ ਤੇ ਬੜੀ ਸਮੱਸਿਆ ਹੁੰਦੀ ਸੀ, ਸਕੂਟੀ ਲੈ ਕੇ ਮਾੜਾ ਮੋਟਾ ਤੁਰਦਾ ਸੀ, ਮੋਬਾਈਲਟੀ ਨਾ ਸੀ ਹੁੰਦੀ। ਪਰ ਮੈਂ ਹੈਰਾਨ ਹੋ ਗਿਆ, ਇਹਨੇ ਤਾਂ ਹੁਣ ਗੋਡੇ ਵੀ ਚੌਂਕੜੀ ਵੀ ਮਾਰ ਕੇ ਬਹਿੰਦੇ। ਡੈਮੋਸਟ੍ਰੇਸ਼ਨ ਵੀ ਉੱਥੇ ਇੱਕ ਸਾਡੇ ਇਹਨਾਂ ਦਾ ਕਾਰਕੁਨ ਵੀ ਆ ਤੇ ਉਹਦਾ ਗੋਡਾ ਵੀ ਬਦਲ ਹੋਇਆ, ਲੱਤ ਉਹਦੀ ਗੋਡੇ ਤੋਂ ਥੱਲਿਓਂ ਵੱਢ ਹੋਈ ਆ। ਸੋ ਮੈਂ ਸਮਝਦਾ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਉਪਲਬਧੀ, ਭਾਵੇਂ ਪਹਿਲਾਂ ਵੀ ਬਹੁਤ ਸਾਰੇ ਕਰਦੇ, ਔਰ ਇਹ ਬਿਲਕੁਲ ਫ੍ਰੀ ਆ। ਸਾਰੀ ਸੇਵਾ ਇਹਨਾਂ ਨੇ ਕਰਨੀ ਆ। ਇਹ ਅਸੀਂ ਸਿਰਫ ਇਹਨਾਂ ਨੂੰ ਇਨਫਰਾਸਟ੍ਰਕਚਰ ਜਿਹੜਾ ਉਹ ਸਾਰਾ ਬਿਲਡਿੰਗ ਵਗੈਰਾ ਤੇ ਮਸ਼ੀਨਰੀ ਵਗੈਰਾ ਵੀ ਸਾਰੀ ਇਹਨਾਂ ਦਾ ਆਪ ਦਾ ਸਿਸਟਮ ਹੈ। ਤੇ ਬੰਦੇ ਨੇ ਸਵੇਰੇ ਆਉਣਾ, ਆਪਣੀ ਰਜਿਸਟ੍ਰੇਸ਼ਨ ਕਰਾਉਣੀ ਆ ਤੇ ਸ਼ਾਮ ਤੱਕ ਉਹਨੇ ਤੁਰ ਕੇ ਜਾਣਾ। ਇੱਥੋਂ ਆਊਗਾ ਫੌੜੀਆਂ ਤੇ ਜਾਊਗਾ ਤੁਰ ਕੇ। ਜੇ ਲੱਤ ਬਾਂਹ ਕੰਮ ਨਹੀਂ ਕਰਦੀ, ਬਾਂਹ ਵੀ ਆਪਣੀ ਪਵਾ ਕੇ ਜਾਊਗਾ। ਤੇ ਇੱਕ ਜਿਹੜੀ ਵੱਡੀ ਖੁਸ਼ੀ ਦੀ ਹੋਰ ਗੱਲ ਆ ਕਿ HDFC ਬੈਂਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ
ਮੈਂ ਕਹਿ ਲਵਾਂ ਸਾਡਾ ਸਹਾਇਤਾਕਾਰ ਆ, ਉਹਨਾਂ ਨੇ ਇੱਕ ਮੋਬਾਈਲ ਜਿਹੜੀ ਆਪਣੇ ਚੱਲਦਾ ਫਿਰਦਾ ਹਸਪਤਾਲ ਆ ਉਹ ਡੋਨੇਟ ਕੀਤਾ ਜਾ। ਆਪਾਂ ਕਿਸੇ ਵੇਲੇ ਸੁਣਦੇ ਹੁੰਦੇ ਸੀ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਪ੍ਰਕਾਸ਼ ਧਾਰਿਆ ਤੇ ਜਿਹੜੀਆਂ ਰੂਹਾਂ ਨਿਰਵਲ ਹੁੰਦੀਆਂ ਸੀ ਉਹਨਾਂ ਦੇ ਕੋਲ ਆਪ ਜਾਂਦੇ ਸੀ, ਤੇ ਜੇ ਕਹਿੰਦੇ ਵੀ ਪਿਆਸੇ ਨੂੰ ਪਿਆਸ ਲੱਗੀ ਹੋਵੇ ਤਾਂ ਖੂਹ ਨਹੀਂ ਕੋਲ ਆਉਂਦਾ, ਕੋਲ ਖੂਹ ਦੇ ਜਾਂ ਨਲਕੇ ਕੋਲ ਜਾਣਾ ਪੈਂਦਾ। ਪਰ ਮੈਂ ਸਮਝਦਾ ਇਹਨਾਂ ਨੇ ਸਿਸਟਮ ਜਿਹੜਾ ਆ ਇਹਨੇ ਪਿਆਸਿਆਂ ਦੇ ਕੋਲ ਆਪ ਜਾਣਾ, ਜਿਹੜੇ ਬਹੁਤ ਦੂਰ ਦਰਾਡੇ ਗਰੀਬ ਗੁਰਬੇ ਜਿਹੜੇ ਕਿਰਾਇਆ ਵੀ ਨਹੀਂ ਲਾ ਸਕਦੇ ਤੇ ਨਰਕ ਦੀ ਜ਼ਿੰਦਗੀ ਭੋਗ ਰਹੇ ਆ, ਉਹ ਇਹਨਾਂ ਨੇ ਇਹ ਵਰਕਸ਼ਾਪ ਮੋਬਾਈਲ ਜਿਹੜੀ ਨਾਲ ਚੱਲ ਜਾਣੀ ਆ, ਉਹਦੇ ਪਿੱਛੇ ਸਾਰੇ ਸਾਈਜ਼ ਲੈ ਕੇ ਤੇ ਜਿੰਨੇ ਵੀ 2 4 10 ਜਿਹੜੇ ਹੋਣਗੇ ਉਹ ਰੋਜ਼ ਦੀ ਰੋਜ਼ ਇਹ ਉਹਨਾਂ ਨੂੰ ਵੀ ਲੱਤਾਂ ਦੀ ਚਾਹੇ ਬਾਹਾਂ ਦੀ ਸਮੱਸਿਆ ਹੈ ਉਹ ਕਰਨਗੇ। ਸੋ ਮੈਂ ਇਹ ਸੰਮਤੀ ਨੂੰ ਭਗਵਾਨ ਮਹਾਵੀਰ ਫਲਾਂਸ ਸੰਮਤੀ ਨੂੰ ਬਹੁਤ ਬਹੁਤ ਵਧਾਈ ਦੇ ਦਿੰਦਾ, ਤੇ ਮੈਂ ਇੱਥੋਂ ਦੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਨੂੰ ਵੀ ਵਧਾਈ ਦੇਣਾ ਤੇ HDFC ਬੈਂਕ ਨੂੰ ਵੀ ਵਧਾਈ ਦੇਣਾ ਕਿ ਮੈਂ ਦੇਖ ਰਿਹਾ, ਤੁਸੀਂ ਪਿੱਛੇ ਦੇਖਦੇ ਆ ਮੇਰੇ ਕੋਲ 500-600 ਬੰਦਾ ਬੈਠਾ, ਤੇ ਇਹ ਜਿਹੜਾ ਮੇਰਾ ਖਿਆਲ ਇੱਥੋਂ ਲੱਤ ਲਵਾ ਕੇ ਤੁਰ ਕੇ ਜਾਊਗਾ ਤੇ ਪੈਂਟ ਪਾਈ ਹੋਊਗੀ ਤੇ ਪਤਾ ਨਹੀਂ ਲੱਗਣਾ ਵੀ ਨਕਲੀ ਆ ਅਸਲੀ ਆ, ਤੇ ਕਿੰਨੀਆਂ ਕੁ ਸੀਸਾਂ ਦਊਗਾ, ਉਹ ਸੀਸਾਂ ਤਾਂ ਸਾਰੀਆਂ ਇਹਨਾਂ ਨੂੰ ਹੀ ਲੱਗਣੀਆਂ, ਅਸੀਂ ਤਾਂ ਮੈਂ ਵਿੱਚ ਗੱਭੇ ਕਾ ਗਏ ਹਾਂ। ਹਾਂਜੀ, ਸੋ ਮੈਂ ਇਸ ਸੰਮਤੀ ਨੂੰ, ਇਸ NGO ਨੂੰ ਬਹੁਤ ਵਧਾਈ ਦਿੰਦਾ। All artificial limbs and other assistive devices सारी आर्टिफिशियल लिम्स और असिस्टिव डिवाइसेस फ्री ऑफ कॉस्ट प्रोवाइड कीतियां जांदियां हैं with only 3% of overhead charges। is so advanced. जयपुर फुट एक बहुत एडवांस फुट है। Functionality, walk, sit, बैठ सकते हो, चौकड़ी मार के बैठ सकते हो, दौड़ सकते हो, स्विम कर सकते हो, डांस कर सकते हो, climb a tree, or mountain, ride a bicycle, drive a car. Made of superior quality material, light, flexible, durable with high impact resistance, high tensile strength, easy to make, can be fitted in 1 to 2 days, can be used with or without shoes. Not possible with the Western design using sedge fork. Many of the functions can be performed by above-knee artificial limb user. Danny walks in PMVSS workshop with crutches, gets artificial limb, runs with artificial limb, can cover a kilometer in about 4 minutes, can now climb a tree, even rides a bicycle. Todapal comes crawling to PMVSS, starts walking after getting artificial limbs. Dhanvi, using below knee prosthesis and works in our Jaipur foot section. Balram, using above knee prosthesis and works in our Jaipur limb section. Sudhama, one of our abled technician, dancing using Jaipur foot limb. Jaipur Foot has all India first कुमार, सुखदेव सिंह, मगेल सिंह, रणधीर सिंह, अमरजीत सिंह. Hands have been given to Harpreet Singh, Inderjeet Prabjot Singh, Gurmat Singh, Deva Singh. The others who are present here, ਉਹਨਾਂ ਨੂੰ ਲਿੰਬਸ ਗ੍ਰਾਂਟ ਦਿੱਤੀਆਂ ਜਾ ਰਹੀਆਂ ਹੈਗੀਆਂ ਜੋ ਕਿ ਇੱਥੇ ਹੀ ਪ੍ਰਿਪੇਅਰ ਹੋਈਆਂ ਹੋਈਆਂ ਔਰ ਫਿਊਚਰ 'ਚ ਵੀ ਇੱਥੇ ਹੀ ਲਿੰਬਸ ਪ੍ਰਿਪੇਅਰ ਕਰਕੇ ਦਿਵਿਆਂਗਾਂ ਨੂੰ ਜਿਨ੍ਹਾਂ ਨੂੰ ਲੋੜਿੰਦਾ ਹੈਗੇ ਹੈ ਇਹ ਲਿੰਬਸ ਦਿੱਤੀਆਂ ਜਾਣਗੀਆਂ। ਕੀ ਹੋਇਆ ਸੀ ਮੋਟਰਸਾਈਕਲ ਦਾ? ਹਾਂ So as in Punjab will be at Amritsar at SGRD Institute of Medical Sciences and Research Sri Amritsar. फायदा होएगा। नहीं सर ये थोड़ा टाइट है ना वो लेगा मुझे। अच्छा कल लग गया हाँ जी रामनाथ सिंह आराम है
रमेश मेहता हूँ, भगवान महावीर विकलांग सहायता समिति जयपुर का अध्यक्ष हूँ। और आप DR मेहता साहब हैं, हमारे चीफ पेट्रन हैं और फाउंडर हैं। आज से 50 साल पहले आपने संस्था चालू की थी। क्या उपराला क्या है आपका? हम लोग जो हैं हिंदुस्तान भर में ही नहीं बल्कि पूरे विश्व में जो दिव्यांग लोग हैं, जिनके पाँव कट गए हैं, जिनके हाथ कट जाते हैं, पोलियो के पेशेंट हैं, उन सबको फ्री ऑफ कॉस्ट, बिल्कुल मुफ्त में दुनिया का सबसे बेहतरीन पाँव जो है, जिसे जयपुर फुट बोलते हैं, वो देते हैं। और जयपुर फुट जो है वो बहुत ही यूनिक डिज़ाइन है और बहुत ही बेहतरीन डिज़ाइन है। जयपुर फुट से आदमी चल सकता है, दौड़ सकता है, आलती पालती बैठ सकता है, उगड़ू बैठ सकता है, साइकिल चला सकता है, गाड़ी चला सकता है, तैर सकता है, पहाड़ी चढ़ सकता है, पेड़ चढ़ सकता है। ये सब खूबियाँ जयपुर फुट में है। दूसरा जो जयपुर फुट का बड़ा एडवांटेज है वो ये कि आप जूते के साथ भी पहन सकते हैं, बिना जूते के भी पहन सकते हैं। तो अब जैसे हमारी सारी जो प्रथाओं में तो ना तो मंदिर या गुरुद्वारा स्थानक कहीं जूता पहन के नहीं जाते हैं और ना पूजा करते हुए जूता पहनते हैं। तो जब वेस्टर्न लिम लेगा तो पूजा नहीं कर सकते। तो जयपुर फुट में दोनों खूबियाँ हैं। आप चाहे तो जूता पहने, चाहे तो जैसे नॉर्मल पाँव का होता है, घर में जूता नहीं पहना, मंदिर जाना जूता खोल दिया, गुरुद्वारा जाना। आज अमृतसर में शुरू, तो अमृतसर में बहुत अरसे से हम लोग प्रयत्न कर रहे थे कि हम अमृतसर में एक सेंटर खोलें। बहुत होली सिटी है, नामी होली सिटी उसका। तो प्रयत्न वही था। और हम लोगों ने पिछले 15 साल में पंजाब के 27,000 लोगों को हमने सेवाएं की थी। वो सब जयपुर से दे रहे थे हम लोग। तो आने वाले में तकलीफ होती है और बहुत लोग आ नहीं पाते हैं। तो प्रयत्न था कि अमृतसर में सेंटर खुल जाए। तो इस हॉस्पिटल की वजह से, SGPC की वजह से, HDFC बैंक की, दोनों हमको साथ वो लाए और कुछ ही महीनों में पूरा सेंटर जो इतना बढ़िया इस हॉस्पिटल आपने देखा, इतना अच्छा सेंटर बना के दिया है। तो अब ये सेंटर जो है हमारा बेस हो जाएगा पूरे पंजाब में काम करने। साल 2 साल में पंजाब की सारी प्रॉब्लम को सॉल्व। जिसको जरूरत है उसमें कितने पैसे लगेंगे उनको ये इलाज कराने जी एक भी पैसा नहीं देना है, सिर्फ हमको जाते हुए आशीर्वाद देना है। सर हॉस्पिटल मैं भारत ਦਾ ਰਾਜਦੂਤ ਸੀ ਇਜਿਪਟ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਔਰ UAE ਦੇ ਵਿੱਚ। ਹੁਣ ਮੈਂ ਰਿਟਾਇਰ ਹੋ ਕੇ ਵਾਪਸ ਅੰਮ੍ਰਿਤਸਰ ਸ਼ਹਿਰ 'ਚ ਆ ਗਿਆ ਵਾਂ। ਔਰ ਜਿਹੜੇ ਇਹ ਜੈਪੁਰ ਫੁੱਟ ਸੰਸਥਾ ਦੇ ਜਿਹੜੇ ਪ੍ਰਧਾਨ ਹੈ ਸਤੀਸ਼ ਮਹਿਤਾ ਜੀ, ਉਹ ਮੇਰੇ ਦੋਸਤ ਵੀ ਹੈ ਔਰ ਕੁਲੀਗ ਵੀ ਰਹੇ ਹੈ। ਔਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਤਕਰੀਬਨ 2 ਸਾਲ ਪਹਿਲਾਂ ਕਿ ਆਪਾਂ ਅੰਮ੍ਰਿਤਸਰ ਸੈਂਟਰ ਖੋਲ੍ਹਣਾ ਵੈ, ਕਿਉਂਕਿ ਅੰਮ੍ਰਿਤਸਰੋਂ ਪੰਜਾਬ 'ਚੋਂ ਲੋਕੀ ਸਾਡੇ ਕੋਲ ਬੜੇ ਆਉਂਦੇ ਆ, ਦਿਵਿਆਂਗ ਜਿਹੜੇ ਆ, ਲੱਤਾਂ ਕਿਸੇ ਦੀਆਂ ਕੱਟੀਆਂ, ਕਿਸੇ ਦੀਆਂ ਬਾਹਾਂ ਕੱਟੀਆਂ ਵੈ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਸਰਦਾਰ ਅਵਤਾਰ ਸਿੰਘ ਹੈਗੇ ਆ ਫਰੀਦਕੋਟ ਦੇ, ਉਹ ਬੜੀ ਸੇਵਾ ਕਰਦੇ ਆ। ਹਰ ਮਹੀਨੇ 20-25 ਲੋਕਾਂ ਨੂੰ ਸਾਡੇ ਕੋਲ ਲੈ ਕੇ ਆਉਂਦੇ ਆ ਔਰ ਬੜੀ ਤਕਲੀਫ ਨਾਲ ਲੈ ਕੇ ਆਉਂਦੇ ਆ, ਕਿਉਂਕਿ 600 ਕਿਲੋਮੀਟਰ ਦਾ ਸਫ਼ਰ ਕਰਕੇ ਆਉਂਦੇ ਸਾਡੇ ਕੋਲ ਜੈਪੁਰ ਤੱਕ। ਅਤੇ ਜੇ ਸੈਂਟਰ ਖੁੱਲ੍ਹ ਜਾਏਗਾ ਅੰਮ੍ਰਿਤਸਰ ਦੇ ਵਿੱਚ ਤਾਂ ਇੱਕ ਤਾਂ ਗੁਰੂ ਦੀ ਨਗਰੀ ਹੈ, ਇੱਕ ਇੱਥੋਂ ਦਾ ਇੱਕ ਤੁਸੀਂ ਸਮਝ ਲਓ ਅੰਮ੍ਰਿਤਸਰ ਸ਼ਹਿਰ ਦਾ ਇੱਕ ਕਲਚਰ ਹੈ ਸਰਬੱਤ ਦਾ ਭਲਾ। ਔਰ ਜੇ ਅਸੀਂ ਇੱਥੇ ਇੱਕ ਇੱਦਾਂ ਦੀ ਸੇਵਾ ਕਰ ਸਕੀਏ ਤਾਂ ਇੱਕ ਗਰੀਬ ਆਦਮੀ ਨੂੰ ਜਿਹਦੀ ਕਿਸੇ ਐਕਸੀਡੈਂਟ ਦੇ ਵਿੱਚ ਲੱਤ ਕੱਟ ਗਈ ਹੈ, ਕੋਈ ਪੁਰਾਣੇ ਪੋਲੀਓ ਦੇ ਮਰੀਜ਼ ਹੈ ਜਿਨ੍ਹਾਂ ਦੀਆਂ ਹੈ ਹੀ ਨਹੀਂ ਸੀ ਸ਼ਕਤੀ ਲੱਤਾਂ ਦੇ ਵਿੱਚ, ਬਾਹਾਂ ਦੇ ਵਿੱਚ, ਉਹਨਾਂ ਨੂੰ ਮਦਦ ਹੋ ਜਾਏਗੀ। ਸੋ ਸਾਨੂੰ ਥੋੜ੍ਹਾ ਟਾਈਮ ਲੱਗਾ, ਦੇਖਦੇ ਹਾਂ ਕਿ ਕਿਹੜੀ ਸਹੀ ਸੰਸਥਾ ਹੋਏਗੀ ਜਿਹਦੇ ਨਾਲ ਕਿ ਅਸੀਂ ਪਾਰਟਨਰਸ਼ਿਪ ਕਰ ਸਕੀਏ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਰਗੀ ਸੰਸਥਾ ਦੇ ਨਾਲ ਇੱਕ ਜੈਪੁਰ ਦੀ ਇਸ ਸੰਸਥਾ ਦਾ ਜੋੜ ਹੋ ਗਿਆ ਹੈ। ਮੈਂ ਸਮਝਦਾ ਕਿ ਜਦੋਂ ਇੰਨੀਆਂ 2 ਨੇਕ ਆਰਗੇਨਾਈਜੇਸ਼ਨਸ ਦੀ ਪਾਰਟਨਰਸ਼ਿਪ ਹੋਏਗੀ ਜਿਹਦੇ 'ਚ ਕਿ ਕਿਸੇ ਦਾ ਸਵਾਰਥ ਨਹੀਂ ਹੈ, ਕਿਸੇ ਦਾ ਪੈਸੇ ਦਾ ਮੋਟਿਵ ਨਹੀਂ ਹੈ, ਸਿਰਫ ਇੱਕ ਸੇਵਾ ਦਾ ਭਾਵ ਹੈ, ਤਾਂ ਇਹਦੇ ਨਾਲ ਜ਼ਰੂਰ ਚੰਗੇ ਕਾਰਜ ਹੋਣਗੇ। ਔਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਨਾ ਮੋਬਿਲਿਟੀ ਰਹੀ ਹੈ, ਨਾ ਉਹ ਪੈਸਾ ਕਮਾ ਸਕਦੇ ਆ, ਇੱਕ ਉਹਨਾਂ ਨੂੰ ਕੌਨਫੀਡੈਂਸ ਜਿਹਦਾ ਖਤਮ ਹੋ ਜਾਂਦਾ ਹੈ ਇੱਕ ਐਕਸੀਡੈਂਟ ਤੋਂ ਬਾਅਦ, ਉਹ ਕਿਸ ਤਰ੍ਹਾਂ ਦੁਬਾਰਾ ਆਪਣੀ ਕੰਟਰੀਬਿਊਟ ਕਰ ਸਕਦਾ। ਕਿੰਨਾ ਕੁ ਵੱਡਾ ਉਪਰਾਲਾ ਸਮਝਦੇ ਇਸ NGPC ਦਾ?